Good morning, everyone. This is Sandeep Kaur, your social science teacher, and today our topic is the First World War and the Russian Empire. ठीक है, फर्स्ट वर्ल्ड वॉर स्टार्ट ਹੁੰਦੀ ਹੈ 1914 ਦੇ ਵਿੱਚ, ਠੀਕ ਹੈ। ਔਰ ਇਸ ਟਾਈਮ ਪੀਰੀਅਡ ਦੇ ਵਿੱਚ ਫਸਟ ਵਰਲਡ ਵਾਰ ਦੇ ਵਿੱਚ ਜਿਹੜਾ ਰਸ਼ੀਅਨ ਅੰਪਾਇਰ ਹੈ ਉਹ ਕਿਵੇਂ ਇਹਨੇ ਸਭ ਚੀਜ਼ਾਂ ਨੂੰ ਹੈਂਡਲ ਕਰਦਾ ਹੈ, ਜਾਂ ਉਸ ਵਾਰ ਦੇ ਵਿੱਚ ਰਸ਼ੀਆ ਦਾ ਕੀ ਰੋਲ ਰਹਿੰਦਾ ਹੈ, ਠੀਕ ਹੈ। ਇਹ ਆਪਾਂ ਸਭ ਕੁਝ ਦੇਖਾਂਗੇ। ਕਹਿੰਦੇ ਕਿ 1914 ਦੇ ਵਿੱਚ ਜਿਹੜਾ ਹੈ ਉਹ ਫਸਟ ਵਰਲਡ ਵਾਰ ਸਟਾਰਟ ਹੁੰਦੀ ਹੈ। ਔਰ ਕਿਹੜੇ ਕਿਹੜੇ ਗਰੁੱਪਸ ਵਿੱਚ ਹੁੰਦੀ ਹੈ? ਜਰਮਨੀ, ਆਸਟਰੀਆ, ਟਰਕੀ, ਠੀਕ ਹੈ। ਇਹਨਾਂ ਸਾਰਿਆਂ ਦਾ ਇੱਕ ਗਰੁੱਪ ਹੁੰਦਾ ਹੈ ਔਰ ਉਹਨਾਂ ਨੂੰ ਕੀ ਕਹਿੰਦੇ ਨੇ? ਦ ਸੈਂਟਰਲ ਪਾਵਰਸ। ਔਰ ਸੈਕਿੰਡ ਗਰੁੱਪ ਕਿਹਨਾਂ ਦਾ ਹੁੰਦਾ ਹੈ? ਫਰਾਂਸ, ਬ੍ਰਿਟੇਨ, ਰਸ਼ੀਆ, ਠੀਕ ਹੈ। ਔਰ ਇਹਦੇ ਨਾਲ ਹੀ ਬਾਅਦ ਵਿੱਚ ਇਹਨਾਂ ਦੇ ਨਾਲ ਕੌਣ ਮਿਲ ਜਾਂਦਾ? ਇਟਲੀ ਔਰ ਰੋਮਾਨੀਆ। ਔਰ ਇਹਨਾਂ ਇਹ ਸਾਰੇ ਦੇ ਸਾਰੇ ਜਿਹੜੀਆਂ ਨੂੰ ਅਲਾਈਡ ਪਾਵਰਸ ਕਹਿੰਦੇ ਆ, ਠੀਕ ਹੈ। ਸੋ ਹਰ ਈਚ ਕੰਟਰੀ ਹੈਡ ਅ ਗਲੋਬਲ ਅੰਪਾਇਰ। ਕਹਿੰਦੇ ਕਿ ਹਰ ਇੱਕ ਜਿਹੜੀ ਕੰਟਰੀ ਸੀਗੀ, ਠੀਕ ਹੈ, ਉਹਦੇ ਕੋਲ ਇੱਕ ਅੰਪਾਇਰ ਸੀਗਾ, ਠੀਕ ਹੈ। ਔਰ ਜਿਹੜੀ ਵਾਰ ਸੀ ਹੋ ਰਹੀ ਸੀ, ਜੋ ਹੋ ਰਿਹਾ ਸੀਗਾ, ਠੀਕ ਹੈ, ਉਹ ਆਲਮੋਸਟ ਜਿਹੜਾ ਹੈਗਾ ਸਾਰੇ ਬੰਨੇ ਹੋ ਰਿਹਾ ਹੈਗਾ। ਔਰ ਯੂਰਪ ਦੇ ਵਿੱਚ ਹੋ ਰਿਹਾ ਸੀ, ਏਸ਼ੀਆ, ਬਾਕੀ ਸਾਰੇ ਦੇ ਸਾਰੇ ਜਿਹੜੇ ਕੰਟੀਨੈਂਟ ਸੀਗੇ ਉਹ ਵੀ ਆਲਮੋਸਟ ਇਹਦੇ ਵਿੱਚ ਇਨਵੋਲਵ ਸੀਗੇ, ਠੀਕ ਹੈ, ਸਾਰੇ ਦੇ ਸਾਰੇ ਫਸਟ ਵਰਲਡ ਵਾਰ 'ਚ। ਔਰ ਰਸ਼ੀਆ ਜਿਹੜਾ ਹੈ ਬੇਟਾ, ਰਸ਼ੀਆ ਕਹਿੰਦੇ ਇਨੀਸ਼ੀਅਲੀ ਜਿਹੜੇ ਲੋਕ ਸੀਗੇ, ਰਸ਼ੀਆ ਦੇ ਲੋਕ ਸੀਗੇ, ਉਹਨਾਂ ਨੇ ਜਿਹੜਾ ਵਾਰ ਸੀਗਾ ਉਹਦੇ ਲਈ ਕਾਫੀ ਜ਼ਿਆਦਾ ਉਹਨਾਂ ਨੇ ਉਤਸ਼ਾਹ ਦਿਖਾਇਆ। ਉਹਨਾਂ ਨੂੰ ਕਾਫੀ ਜ਼ਿਆਦਾ ਮਤਲਬ ਇੱਕ ਕਹਿ ਸਕਦੇ ਹੋ ਇੰਸਪੀਰੇਸ਼ਨ ਦੀ ਫੀਲਿੰਗ ਸੀਗੀ ਕਿ ਅਸੀਂ ਇਹ ਯੁੱਧ ਲੜਨਾ ਹੈ, ਲੜਾਈ ਕਰਨੀ ਹੈ ਜਰਮਨੀ ਦੇ ਖਿਲਾਫ, ਠੀਕ ਹੈ। ਔਰ ਲੋਕੀ ਜਲਦੀ ਨਾਲ ਜਿਹੜਾ ਹੈਗਾ ਜ਼ਾਰ ਸੀਗਾ, ਜਿਹੜਾ ਮੋਨਾਰਚ ਸੀਗਾ ਰਸ਼ੀਆ ਦਾ, ਨਿਕੋਲਸ ਸੈਕਿੰਡ ਦੇ ਜਿਹੜਾ ਆਲੇ ਦੁਆਲੇ ਉਹਨਾਂ ਨੇ ਮਤਲਬ ਕਹਿ ਸਕਦੇ ਹੋ ਇਕੱਠਾ ਹੋਣਾ ਸ਼ੁਰੂ ਕਰ ਦਿੱਤਾ, ਠੀਕ ਹੈ। ਔਰ ਜਿਵੇਂ ਲੇਕਿਨ ਕਹਿੰਦੇ ਕਿ ਜਿਹੜਾ ਵਾਰ ਸੀਗਾ, ਜਿਹੜਾ ਯੁੱਧ ਸੀਗਾ ਕੰਟੀਨਿਊਸਲੀ ਉਹ ਚੱਲਦਾ ਰਿਹਾ। ਜਿਹੜਾ ਜ਼ਾਰ ਸੀਗਾ ਉਹਨੇ ਕੀ ਸ਼ੁਰੂ ਕਰ ਦਿੱਤਾ ਕਿ ਜਿਹੜੇ ਡੂਮਾ ਦੇ ਵਿੱਚ ਪਾਰਟੀ ਸੀਗੀਆਂ ਉਹਨਾਂ ਨਾਲ ਕੰਸਲਟ ਕਰਨਾ, ਉਹਨਾਂ ਨਾਲ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਡੀਲ ਕਰਨਾ, ਉਹਨਾਂ ਨਾਲ ਕਿਸੇ ਤਰੀਕੇ ਦੀ ਸਲਾਹ ਲੈਣੀ, ਸਲਾਹ ਦੇਣੀ, ਇਵੇਂ ਦੇ ਜਿਹੜੇ ਕੰਮ ਸੀਗੇ ਉਹ ਕਰਨੇ ਉਹਨਾਂ ਨਾਲ ਬੰਦ ਕਰ ਦਿੱਤੇ, ਠੀਕ ਹੈ। ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਸਪੋਰਟ ਸੀਗੀ ਲੋਕਾਂ ਦੀ ਵਾਰ ਦੇ ਲਈ, ਯੁੱਧ ਦੇ ਲਈ ਜਿਹੜੀ ਸਪੋਰਟ ਸੀਗੀ ਉਹ ਕੀ ਕਮਜ਼ੋਰ ਪੈਂਦੀ ਗਈ, ਠੀਕ ਹੈ। ਔਰ ਜਿਹੜੇ ਐਂਟੀ ਜਰਮਨ ਸੈਂਟੀਮੈਂਟ ਸੀਗੇ ਉਹ ਜ਼ਿਆਦਾ ਉੱਚੇ ਹੁੰਦੇ ਗਏ, ਜ਼ਿਆਦਾ ਮਤਲਬ ਵੱਧਦੇ ਗਏ। ਐਂਟੀ ਜਰਮਨ ਹੁਣ ਦੇਖੋ ਕਿਵੇਂ, ਕਿਉਂਕਿ ਮੇਨ ਜਿਹੜਾ ਰਸ਼ੀਆ ਦੇ ਖਿਲਾਫ ਜਿਹੜੀ ਲੜਾਈ ਕਰ ਰਿਹਾ ਸੀਗਾ ਉਹ ਜਰਮਨ ਕੰਟਰੀ ਸੀਗਾ, ਠੀਕ ਹੈ। ਔਰ ਜਿਹੜੇ ਜ਼ਾਰ ਸੀਗਾ ਨਿਕੋਲਸ ਸੈਕਿੰਡ, ਜਾਂ ਉਹਨਾਂ ਦੀ ਡਾਇਨੈਸਟੀ ਸੀਗੀ, ਜਾਂ ਉਹਨਾਂ ਦਾ ਸਾਰਾ ਜਿਹੜਾ ਮੋਨਾਰਚ ਫੈਮਿਲੀ ਸੀਗੀ, ਉਹਨਾਂ ਦਾ ਜਿਹੜਾ ਮੇਨ ਓਰੀਜਨ ਸੀਗਾ ਉਹ ਕਿੱਥੋਂ ਦਾ ਸੀਗਾ? ਜਰਮਨ ਦਾ ਸੀਗਾ, ਠੀਕ ਹੈ। ਸੋ ਇਹ ਵੀ ਇੱਕ ਰੀਜ਼ਨ ਸੀਗਾ ਕਿ ਲੋਕ ਜਿਹੜੇ ਸੀਗੇ ਹੁਣ ਹੌਲੀ ਹੌਲੀ ਜਿਹੜਾ ਹੈਗਾ ਜ਼ਾਰ ਨੂੰ ਨਾਪਸੰਦ ਕਰਨਾ ਸ਼ੁਰੂ ਕਰ ਦਿੱਤਾ ਹੈਗਾ, ਜਾਂ ਉਹਦਾ ਵਿਰੋਧ ਕਰਨਾ ਲੋਕਾਂ ਨੇ ਸ਼ੁਰੂ ਕਰ ਦਿੱਤਾ, ਠੀਕ ਹੈ। ਨੈਕਸਟ ਬੇਟਾ ਕਿ ਇੱਕ ਸਿਟੀ ਹੈ ਰਸ਼ੀਆ ਵਿੱਚ ਜਿਹਨੂੰ ਕੀ ਨਾਮ ਹੈਗਾ ਜਿਹਦਾ? ਸੇਂਟ ਪੀਟਰਸਬਰਗ ਜਿਹੜਾ ਹੈ ਇੱਕ ਈਸਾਈ ਜਿਹੜੇ ਹੁੰਦੇ, ਕ੍ਰਿਸਚਨ ਹੁੰਦੇ ਆ, ਉਹਨਾਂ ਵਿੱਚ ਜਿਹੜੇ ਹੁੰਦੇ ਨੇ ਸੰਤ ਹੁੰਦੇ ਨੇ ਜਿਹੜੇ ਉਹਨਾਂ ਨੂੰ ਸੇਂਟ ਬੋਲਿਆ ਜਾਂਦਾ ਹੈ, ਠੀਕ ਹੈ, ਇੰਗਲਿਸ਼ ਵਿੱਚ, ਠੀਕ ਹੈ। ਔਰ ਉਹੀ ਇਹਨਾਂ ਦੇ ਇੱਕ ਸੰਤ ਸੀਗੇ, ਉਹਦਾ ਨਾਮ ਸੀਗਾ ਪੀਟਰਸਬਰਗ। ਉਹਨਾਂ ਦੇ ਨਾਮ ਤੇ ਜਰਮਨੀ ਦੇ ਵਿੱਚ ਇਹ ਸਿਟੀ ਸੀਗੀ। ਸੋ ਇੰਨੀ ਜ਼ਿਆਦਾ ਜਿਹੜੀ ਹੇਟ ਸੀਗੀ ਜਰਮਨੀ ਦੇ ਲਈ ਉਹ ਵੱਧ ਚੁੱਕੀ ਸੀਗੀ ਕਿ ਲੋਕਾਂ ਨੇ ਇਸ ਸੇਂਟ ਪੀਟਰਸਬਰਗ ਦਾ ਨਾਮ ਚੇਂਜ ਕਰਕੇ ਇਹਦਾ ਨਾਮ ਕੀ ਕਰ ਦਿੱਤਾ? ਪੈਟਰੋਗਰਾਦ, ਠੀਕ ਹੈ। ਔਰ ਕਿਉਂਕਿ ਜਿਹੜਾ ਜਰਮਨ ਜਿਹੜਾ ਹੈਗਾ ਨਿਕੋਲਸ ਸੈਕਿੰਡ ਸੀਗਾ, ਜਾਂ ਜ਼ਾਰ ਦੀ ਜਿਹੜੀ ਫੈਮਿਲੀ ਸੀਗੀ, ਠੀਕ ਹੈ, ਉਹਨਾਂ ਦਾ ਓਰੀਜਨ ਕੀ ਸੀਗਾ? ਉਹ ਜਰਮਨ ਤੋਂ ਸੀਗੇ, ਠੀਕ ਹੈ। ਅਲੈਗਜ਼ੈਂਡਰ ਦਾ ਜਰਮਨ ਓਰੀਜਨ ਜਿਹੜਾ ਸੀਗਾ, ਯਾਨੀ ਕਿ ਉਹ ਕਿਹਦੀ ਫੈਮਿਲੀ ਨਾਲ ਬਿਲੋਂਗ ਕਰਦੇ ਸੀਗੇ? ਜਰਮਨ ਫੈਮਿਲੀ ਤੋਂ ਬਿਲੋਂਗ ਕਰਦੇ ਸੀਗੇ। ਸੋ ਇਸ ਕਰਕੇ ਲੋਕਾਂ ਹੀ ਉਹਨਾਂ ਦੇ ਖਿਲਾਫ ਵੀ ਹੋ ਗਏ। ਇਹਦੇ ਨਾਲ ਹੀ ਇੱਕ ਮੌਂਕ ਸੀਗਾ ਰਾਸਪੂਤਨ, ਠੀਕ ਹੈ, ਉਹ ਐਡਵਾਈਜ਼ਰ ਸੀਗਾ। ਕਿਹਦਾ ਐਡਵਾਈਜ਼ਰ ਸੀਗਾ? ਉਹ ਰੂਲਰ ਦਾ ਐਡਵਾਈਜ਼ਰ ਸੀਗਾ, ਜ਼ਾਰ ਦਾ ਐਡਵਾਈਜ਼ਰ ਸੀਗਾ, ਨਿਕੋਲਸ ਸੈਕਿੰਡ ਦਾ ਐਡਵਾਈਜ਼ਰ ਸੀਗਾ। ਔਰ ਉਹ ਜਿਹੜਾ ਐਡਵਾਈਜ਼ਰ ਸੀਗਾ ਉਹ ਵੀ ਮਤਲਬ ਉਹਨੇ ਕਈ ਐਵੇਂ ਦੀਆਂ ਗਲਤ ਸਲਾਹਾਂ ਜਿਹੜੀਆਂ ਸੀਗਾ ਉਹ ਨਿਕੋਲਸ ਨੂੰ ਦਿੱਤੀਆਂ, ਜਿਹਦਾ ਕਰਕੇ ਲੋਕ ਜਿਹੜੇ ਸੀਗੇ ਉਹਨਾਂ ਦੋਨਾਂ ਦੇ ਖਿਲਾਫ ਹੋ ਗਏ, ਠੀਕ ਹੈ। ਨੈਕਸਟ ਹੈ ਫਸਟ ਵਰਲਡ ਵਾਰ, ਜਿਹੜਾ ਬੇਟਾ ਦੋ ਸਾਈਡਸ ਤੇ ਲੜਿਆ ਜਾ ਰਿਹਾ ਸੀਗਾ। ਦੋ ਸਾਈਡਸ ਕਿਹੜੀਆਂ ਹੈਗੀਆਂ? ਈਸਟਰਨ ਫਰੰਟ ਔਰ ਵੈਸਟਰਨ ਫਰੰਟ, ਠੀਕ ਹੈ। ਈਸਟਰਨ ਫਰੰਟ ਵਾਲੀ ਵੀ ਸਾਈਡ ਤੇ ਰਸ਼ੀਆ ਜਿਹੜਾ ਹੈਗਾ ਉਹ ਯੁੱਧ ਲੜ ਰਿਹਾ ਹੈਗਾ, ਔਰ ਵੈਸਟਰਨ ਸਾਈਡ ਤੇ ਵੀ, ਠੀਕ ਹੈ। ਵੈਸਟਰਨ ਸਾਈਡਸ ਤੇ ਜਿਹੜਾ ਹੈਗਾ ਉਹ ਟ੍ਰੈਂਚ ਜਿਹੜੇ ਹੈਗੇ ਬਣੀਆਂ ਹੋਈਆਂ ਫਰਾਂਸ ਦੇ ਨਾਲ ਉੱਥੇ ਲੜਾਈ ਹੋ ਰਹੀ ਹੈ। ਟ੍ਰੈਂਚਸ ਕੀ ਹੁੰਦੀ ਹੈ ਬੇਟਾ? ਜਦੋਂ ਜ਼ਮੀਨ ਨੂੰ ਖੋਦ ਕੇ, ਜ਼ਮੀਨ ਜਿਹੜੀ ਧਰਤੀ ਹੈ, ਗਰਾਊਂਡ ਹੈ, ਉਹਦੇ ਵਿੱਚ ਜਿਹੜੀ ਸੋਇਲ ਹੈ ਉਹਨੂੰ ਕੱਢ ਲਿਆ ਜਾਂਦਾ ਹੈ, ਮਿੱਟੀ ਕੱਢ ਲਈ ਜਾਂਦੀ ਹੈ, ਔਰ ਉੱਥੇ ਡੂੰਘੇ ਟੋਏ ਬਣਾ ਲਏ ਜਾਂਦੇ ਆ, ਉਹਨਾਂ ਨੂੰ ਟ੍ਰੈਂਚ ਬੋਲਦੇ ਆ, ਠੀਕ ਹੈ। ਸੋ ਉਹਨਾਂ ਟ੍ਰੈਂਚਸ ਵਿੱਚ ਲੁੱਕ ਕੇ ਜਿਹੜੇ
ਸੋਲਜਰ ਸੀਗੇ ਉਹ ਸਾਹਮਣੇ ਤੋਂ ਆ ਰਹੀ ਜਿਹੜੀ ਆਰਮੀ ਸੀਗੀ ਉਹਦੇ ਤੇ ਅਟੈਕ ਕਰਦੇ ਸੀਗੇ, ਠੀਕ ਹੈ। ਸੋ ਇਹ ਟ੍ਰੈਂਚਸ ਦੇ ਥਰੂ ਜਿਹੜਾ ਇੱਕ ਲੜਾਈ ਹੋ ਰਹੀ ਸੀਗੀ, ਠੀਕ ਹੈ। ਉਹ ਤਾਂ ਉੱਥੇ ਠੀਕ ਚੱਲ ਰਿਹਾ ਸੀਗਾ, ਠੀਕ ਹੈ। ਉੱਥੇ ਠੀਕ ਉਹਨਾਂ ਦੀ ਪਰਫਾਰਮੈਂਸ ਸੀਗੀ ਜਿਹੜੇ ਰਸ਼ੀਅਨ ਸੋਲਜਰ ਸੀਗੇ, ਠੀਕ ਹੈ। ਲੇਕਿਨ ਜਿਹੜਾ ਸੀਗਾ ਕੁਛ ਜਿਹੜੀਆਂ ਐਵੇਂ ਦੀਆਂ ਕੈਜੂਅਲਟੀਜ਼ ਸੀਗੀਆਂ, ਕਈ ਤਰ੍ਹਾਂ ਦੀਆਂ ਐਵੇਂ ਦੇ ਡਿਫੀਟਸ ਉਹਨਾਂ ਨੂੰ ਮਿਲੀਆਂ, ਜਿਹਦਾ ਕਰਕੇ ਜਿਹੜੇ ਰਸ਼ੀਅਨ ਲੋਕ ਸੀਗੇ ਉਹਨਾਂ ਨੇ ਜਿਹੜਾ ਸੀਗਾ ਉਹਨਾਂ ਦਾ ਵਾਰ ਦੇ ਜਿਹੜੇ ਹੈਗੇ ਹੌਲੀ ਹੌਲੀ ਖਿਲਾਫ ਹੁੰਦੇ ਚਲੇ ਗਏ। ਔਰ ਇਹ ਮੇਨ ਡਿਫੀਟਸ ਉਹਨਾਂ ਨੂੰ ਕਦੋਂ ਮਿਲਦੀਆਂ ਹੈ, ਮੇਨ ਕਰਕੇ ਉਹ ਕਦੋਂ ਹਾਰਦਾ ਰਸ਼ੀਆ ਜਿਹੜਾ ਉਹਨੂੰ ਜਰਮਨ ਤੋਂ ਕਦੋਂ ਹਾਰ ਮਿਲਦੀਆਂ ਨੇ 1914 ਟੂ 1916 ਦੇ ਵਿੱਚ, ਯਾਨੀ ਕਿ ਇਹਨਾਂ ਕੰਟੀਨਿਊਸਲੀ ਨਾ 2-3 ਸਾਲਾਂ ਦੇ ਵਿੱਚ ਉਹ ਕੰਟੀਨਿਊਸਲੀ ਉਹ ਜਰਮਨ ਕੋਲੋਂ ਹਾਰਦੇ ਜਾਂਦੇ ਨੇ। ਔਰ ਆਲਮੋਸਟ ਜਿਹੜਾ 7 ਮਿਲੀਅਨਸ ਜਿਹੜੇ ਲੋਕ ਨੇ ਉਹ ਉਹਨਾਂ ਦੀ ਡੈਥ ਹੋ ਜਾਂਦੀ, ਯਾਨੀ ਕਿ 70 ਲੱਖ ਦੇ ਕਰੀਬ ਜਿਹੜੇ ਲੋਕ ਸੀਗੇ ਉਹ ਰਸ਼ੀਆ ਦੇ ਇਸ ਯੁੱਧ ਵਿੱਚ ਮਾਰੇ ਜਾਂਦੇ ਆ 1970 ਤੱਕ, ਠੀਕ ਹੈ। ਇਹਦੇ ਨਾਲ ਹੀ ਜਦੋਂ ਜਰਮਨ ਜਿਹੜੀ ਆਰਮੀ ਸੀਗੀ ਉਹ ਜਦੋਂ ਲਗਾਤਾਰ ਕੰਟੀਨਿਊਸਲੀ ਮੂਵ ਕਰ ਰਹੀ ਸੀਗੀ ਰਸ਼ੀਆ ਦੇ ਵੱਲ ਨੂੰ, ਦੈਨ ਕੀ ਕੀਤਾ ਗਿਆ ਕਿ ਜਿਹੜੇ ਰਸ਼ੀਅਨ ਆਰਮੀ ਸੀਗੀ ਉਹਨਾਂ ਨੇ ਸਾਰੀਆਂ ਬਿਲਡਿੰਗਸ ਜਿਹੜੀਆਂ ਉਹਦੇ ਰਸਤੇ ਵਿੱਚ ਆ ਰਹੀਆਂ ਸੀ ਜਾਂ ਜਿਹੜੀਆਂ ਕ੍ਰੌਪਸ ਸੀਗੀਆਂ ਉਹਨਾਂ ਨੂੰ ਕੱਟ ਦਿੱਤਾ, ਸਾਰਿਆਂ ਨੂੰ ਡਿਸਟਰੋਏ ਕਰ ਦਿੱਤਾ। ਜਿਹੜੀਆਂ ਬਿਲਡਿੰਗਸ ਸੀਗੀਆਂ ਉਹਨਾਂ ਨੂੰ ਸਾਰਿਆਂ ਨੂੰ ਡਿਸਟਰਕਟ ਕਰ ਦਿੱਤਾ ਗਿਆ, ਯਾਨੀ ਕਿ ਢਾਹ ਦਿੱਤਾ ਗਿਆ, ਤਾਂ ਕਿ ਜਿਹੜੀ ਆਰਮੀ ਸੀਗੀ ਉਹ ਜਲਦੀ ਨਾਲ ਜਿਹੜਾ ਸੀਗਾ ਉਹ ਅੱਗੇ ਨਾ ਵੱਧ ਸਕੇ ਔਰ ਰਸਤੇ ਵਿੱਚ ਉਹਨਾਂ ਨੂੰ ਕੋਈ ਵੀ ਖਾਣ ਪੀਣ ਦੀ ਚੀਜ਼ ਨਾ ਮਿਲ ਸਕੇ, ਜਿਹਦਾ ਕਰਕੇ ਕਿ ਉਹਨਾਂ ਨੂੰ ਪ੍ਰੋਬਲਮ ਆਏ ਔਰ ਉਹ ਇੱਕ ਈਜ਼ੀਲੀ ਉਹ ਅਟੈਕ ਉਹਨਾਂ 'ਤੇ ਨਾ ਕਰ ਸਕਣ। ਬਟ ਇਹਦਾ ਕਰਕੇ ਜਿਹੜਾ ਸੀਗਾ ਰਸ਼ੀਆ ਦੇ ਲੋਕਾਂ ਨੇ ਬਹੁਤ ਸਫਰ ਕੀਤਾ। ਆਲਮੋਸਟ 3 ਮਿਲੀਅਨਸ ਜਿਹੜੇ ਲੋਕ ਸੀ, ਯਾਨੀ ਕਿ 30 ਲੱਖ ਦੇ ਕਰੀਬ ਜਿਹੜੇ ਲੋਕ ਸੀਗੇ ਉਹ ਬੇਘਰ ਹੋ ਗਏ ਕਿਉਂਕਿ ਉਹਨਾਂ ਦੇ ਘਰ ਜਿਹੜੇ ਉਹ ਢਾਹ ਦਿੱਤੇ ਗਏ ਸੀਗੇ, ਠੀਕ ਹੈ। ਔਰ ਇਹਦੇ ਨਾਲ ਹੀ ਬੇਟਾ ਜਿਹੜਾ ਹੈਗਾ ਆ ਕਈ ਲੋਕ ਜਿਹੜੇ ਹੈਗੇ ਉਹਨਾਂ ਨੂੰ ਕੁਝ ਖਾਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਜਿਹੜੇ ਕ੍ਰੌਪਸ ਸੀਗੀਆਂ ਉਹ ਵੀ ਸੀਗੀਆਂ ਡਿਸਟਰੋਏ ਕਰ ਦਿੱਤੀਆਂ। ਸੋ ਇਹਦਾ ਸਾਰਾ ਦਾ ਸਾਰਾ ਜਿਹੜਾ ਡਿਸਕ੍ਰੈਡਿਟ ਸੀਗਾ, ਇਹਦਾ ਜਿਹੜਾ ਸਾਰਾ ਦਾ ਸਾਰਾ ਗੁੱਸਾ ਹੈਗਾ ਲੋਕਾਂ ਨੂੰ, ਉਹ ਕਿਹਦੇ ਤੇ ਜਾ ਕੇ ਉਹ ਕਿਹਨੂੰ ਇਹਦਾ ਜ਼ਿੰਮੇਵਾਰ ਸਮਝਦੇ ਸੀਗੇ, ਗਵਰਨਮੈਂਟ ਨੂੰ ਔਰ ਜ਼ਾਰ ਨੂੰ, ਠੀਕ ਹੈ। ਜ਼ਾਰ ਕੌਣ ਸੀਗਾ, ਮੋਨਾਰਚ ਸੀ ਜਿਹੜਾ ਰੂਲਰ ਸੀਗਾ ਰਸ਼ੀਆ ਦਾ, ਠੀਕ ਹੈ। ਉਹ ਹੁਣ ਜਿਹੜੇ ਸੋਲਜਰ ਸੀਗੇ ਉਹ ਹੁਣ ਅੱਗੇ ਹੋਰ ਜ਼ਿਆਦਾ ਲੜਾਈ ਨਹੀਂ ਸੀਗੇ ਕਰਨਾ ਚਾਹੁੰਦੇ, ਠੀਕ ਹੈ। ਔਰ ਨੈਕਸਟ ਹੈ ਬੇਟਾ ਕਿ ਜਿਹੜਾ ਕਹਿੰਦੇ ਕਿ ਵਾਰ ਦਾ ਯਾਨੀ ਕਿ ਯੁੱਧ ਦਾ ਜਿਹੜਾ ਸਭ ਤੋਂ ਬੈਡ ਇੰਪੈਕਟ ਹੋਇਆ ਉਹ ਕਿਹਦੇ ਤੇ ਹੋਇਆ, ਉਹ ਇੰਡਸਟਰੀ ਤੇ ਹੋਇਆ। ਇਹ ਜਿਹੜੀਆਂ ਇੰਡਸਟਰੀ ਸੀਗੀਆਂ ਪਹਿਲੇ ਹੀ ਬਹੁਤ ਘੱਟ ਸੀਗੀਆਂ ਰਸ਼ੀਆ ਦੇ ਵਿੱਚ, ਠੀਕ ਹੈ। ਬਟ ਇਸ ਵਾਰ ਦੇ ਸਟਾਰਟ ਹੋਣ ਦੇ ਨਾਲ ਕੀ ਹੁੰਦਾ, ਜਿਹੜੀ ਸਪਲਾਈਜ਼ ਨੇ ਉਹ ਦੂਸਰੇ ਨੇਸ਼ਨਸ ਨੂੰ ਜਾਂ ਦੂਸਰੇ ਨੇਸ਼ਨਸ ਤੋਂ ਜੋ ਕੁਝ ਆਉਂਦਾ ਸੀਗਾ ਰਸ਼ੀਆ ਦੇ ਵਿੱਚ ਉਹ ਸਾਰਾ ਦਾ ਸਾਰਾ ਕੁਝ ਕੀ ਹੈ ਬੰਦ ਹੋ ਜਾਂਦਾ ਹੈ। ਕਿਉਂ ਬੰਦ ਹੋ ਜਾਂਦਾ, ਕਿਉਂਕਿ ਜਿਹੜਾ ਬਾਲਟਿਕ ਸੀ ਸੀਗਾ, ਜਿਹੜਾ ਬਾਲਟਿਕ ਸਾਗਰ ਹੈ ਉਹਦੇ ਰਾਹੀਂ ਸਾਰਾ ਕੁਝ ਇਹ ਆਉਂਦਾ ਹੈਗਾ, ਉਹਦੇ ਤੇ ਸਾਰੇ ਦਾ ਕਿਹਦਾ ਕੰਟਰੋਲ ਹੋ ਜਾਂਦਾ, ਜਰਮਨ ਦਾ ਕੰਟਰੋਲ ਹੋ ਜਾਂਦਾ। ਔਰ ਜਰਮਨ ਉਹਨਾਂ ਸਾਰੇ ਦੇ ਸਾਰੇ ਤਰੀਕੇ ਦੀ ਆਵਾਜਾਈ ਨੂੰ ਲੈਣ ਦੇਣ ਨੂੰ ਬੰਦ ਕਰ ਦਿੰਦਾ ਹੈ, ਠੀਕ ਹੈ। ਸੋ ਇਹਦੇ ਨਾਲ ਹੀ ਹੌਲੀ ਹੌਲੀ ਕਹਿੰਦੇ ਜਿਹੜੇ ਇੰਡਸਟਰੀਅਲ ਇਕਵਿਪਮੈਂਟ ਸੀਗੇ, ਜਾਣੀ ਕਿ ਜਿਹੜੀਆਂ ਮਸ਼ੀਨਸ ਵਗੈਰਾ ਜਿਹੜੀਆਂ ਇੰਡਸਟਰੀਜ਼ ਵਿੱਚ ਲੱਗੀਆਂ ਹੋਈਆਂ ਹੈਗੀਆਂ ਹੌਲੀ ਹੌਲੀ ਉਹ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ, ਠੀਕ ਹੈ। ਔਰ ਜਿਹੜੀਆਂ ਬਾਕੀ ਨਾਲੋਂ ਜਿਹੜਾ ਸੀਗਾ ਸਭ ਤੋਂ ਮਾੜੀ ਸਿਚੁਏਸ਼ਨ ਕਿੱਥੇ ਸੀਗੀ, ਰਸ਼ੀਆ ਦੇ ਵਿੱਚ ਸੀਗੀ, ਕਿਉਂਕਿ ਰਸ਼ੀਆ ਦੇ ਕੋਲ ਬਿਲਕੁਲ ਵੀ ਇੰਡਸਟਰੀਅਲ ਡਿਵੈਲਪਮੈਂਟ ਨਹੀਂ ਜਾਂ ਕਿਸੇ ਵੀ ਤਰੀਕੇ ਦੀ ਇਨਵੈਂਸ਼ਨ ਆਪ ਖੁਦ ਦੀ ਨਹੀਂ ਸੀਗੀ, ਠੀਕ ਹੈ। ਔਰ 1916 ਤੱਕ ਜਿਹੜੇ ਰੇਲਵੇ ਲਾਈਨਸ ਸੀਗੀਆਂ ਉਹ ਆਲਮੋਸਟ ਟੁੱਟਣ ਲੱਗ ਪਈਆਂ। ਜਿਹੜੇ ਜ਼ਿਆਦਾ ਏਬਲ ਬੋਡੀਡ ਮਤਲਬ ਜਿਹੜੇ ਜਵਾਨ ਤੇ ਜਿਹੜੇ ਸ਼ਕਤੀਸ਼ਾਲੀ ਥੋੜਾ ਲੋਕ ਸੀਗੇ, ਨੌਜਵਾਨ ਲੋਕ ਸੀਗੇ ਜਾਂ ਜਿਨ੍ਹਾਂ ਦੀ ਸਿਹਤ ਚੰਗੀ ਸੀਗੀ, ਉਹਨਾਂ ਸਾਰਿਆਂ ਨੂੰ ਯੁੱਧ ਲੜਨ ਲਈ ਭੇਜ ਦਿੱਤਾ ਜਾਂਦਾ ਸੀਗਾ, ਠੀਕ ਹੈ। ਸੋ ਇਸ ਕਰਕੇ ਜਿਹੜੀ ਲੇਬਰ ਸੀਗੀ ਉਹਦੀ ਵੀ ਸ਼ਾਰਟੇਜ ਆ ਗਈ। ਹੁਣ ਕੰਮ ਜਿਹੜੇ ਸਾਰੇ ਨੌਜਵਾਨ ਲੜਕੇ ਆ ਉਹਨਾਂ ਨੂੰ ਤਾਂ ਯੁੱਧ ਲੜਨ ਲਈ ਭੇਜ ਦਿੱਤਾ ਗਿਆ, ਹੁਣ ਪਿੱਛੋਂ ਕੰਮ ਕੌਣ ਕਰੇਗਾ, ਠੀਕ ਹੈ। ਸੋ ਪ੍ਰੋਡਕਸ਼ਨ ਕੀ ਘੱਟ ਹੋ ਗਈ, ਜਿਹੜੀਆਂ ਛੋਟੀਆਂ ਵਰਕਸ਼ਾਪ ਸੀਗੀਆਂ ਉਹ ਵੀ ਬੰਦ ਹੋ ਗਈਆਂ। ਔਰ ਜਿਹੜੀ ਸਪਲਾਈ ਸੀਗੀ ਜਿਹੜੀ ਗ੍ਰੇਨਸ ਦੀ ਜਿਹੜਾ ਜੋ ਪ੍ਰੋਡਕਸ਼ਨ ਹੁੰਦੀ ਹੈਗੀ ਉਹ ਸਾਰੀ ਆਰਮੀ ਨੂੰ ਭੇਜ ਦਿੱਤੀ ਜਾਂਦੀ ਸੀ ਖਾਣਾ ਖਾਣ ਲਈ, ਠੀਕ ਹੈ। ਸੋ ਆਮ ਲੋਕ ਜਿਹੜੇ ਸੀਗੇ ਉਹ ਇਸ ਟਾਈਮ ਤੇ ਬੜਾ ਜ਼ਿਆਦਾ ਸਫਰ ਕਰ ਰਹੇ ਸੀ ਕਿਉਂਕਿ ਨਾ ਤਾਂ ਉਹਨਾਂ ਨੂੰ ਬ੍ਰੈਡ ਮਿਲਦਾ ਸੀ ਨਾ ਫਲੋਰ, ਠੀਕ ਹੈ। ਇਹਨਾਂ ਸਭ ਚੀਜ਼ਾਂ ਦੀ ਇੱਕ ਬੜੀ ਜ਼ਿਆਦਾ ਘਾਟ ਉਸ ਟਾਈਮ ਤੇ ਸੋਸਾਇਟੀ ਦੇ ਵਿੱਚ, ਰਸ਼ੀਅਨ ਸੋਸਾਇਟੀ ਦੇ ਵਿੱਚ ਪੈਦਾ ਹੋ ਗਈ ਸੀ। ਕਾਹਦਾ ਕਰਕੇ, ਜਸਟ ਇੱਕ ਵਾਰ ਦਾ ਕਰਕੇ। ਸੋ 1916 ਦੇ ਕਹਿੰਦੇ ਜਦੋਂ ਵਿੰਟਰਸ ਆਉਂਦੀਆਂ ਨੇ, ਜਦੋਂ ਸਿਆਲ ਆਉਂਦਾ ਹੈ 1916 ਦੇ ਵਿੱਚ, ਤਾਂ ਰਿਓਟਸ ਐਟ ਬ੍ਰੈਡ ਸ਼ਾਪਸ ਵਰ ਕਾਮਨ, ਯਾਨੀ ਕਿ ਜਿਹੜੇ ਬ੍ਰੈਡ ਸ਼ਾਪ ਸੀਗੀਆਂ, ਬੇਕਰੀ ਸੀਗੀਆਂ ਜਿੱਥੇ ਬ੍ਰੈਡ ਬਣਦੇ ਆ ਉਹ ਬੜੇ ਕਾਮਨ ਹੋ ਗਏ। ਉੱਥੇ ਲੋਕ ਕੀ ਕਰਦੇ ਸੀਗੇ, ਜਾ ਕੇ ਹਮਲਾ ਕਰ ਦਿੰਦੇ ਸੀਗੇ ਬੇਕਰੀ ਤੇ, ਔਰ ਜਿੰਨੇ ਵੀ ਬ੍ਰੈਡਸ ਵਗੈਰਾ ਉਹਨਾਂ ਨੂੰ ਮਿਲਦੇ ਸੀਗੇ ਉਹ ਉੱਥੋਂ
ਉਹ ਚੋਰੀ ਕਰਕੇ ਜਾਂ ਲਗਾ ਲਓ ਕਿ ਲੁੱਟ ਕੇ ਜਿਹੜਾ ਹੈਗਾ ਲੈ ਆਉਂਦੇ ਹੈਗੇ, ਕਿਉਂਕਿ ਉਹਨਾਂ ਨੂੰ ਖਾਣਾ ਖਾਣ ਦੇ ਲਈ ਹੋਰ ਕੋਈ ਉਹਨਾਂ ਦੇ ਕੋਲ ਆਪਸ਼ਨ ਹੀ ਨਹੀਂ ਬਚਿਆ। ਠੀਕ ਹੈ, ਸੋ ਬੜੀਆਂ ਬੈਡ ਕੰਡੀਸ਼ਨ ਸੀਗੀਆਂ ਜਿਹੜੀਆਂ ਕਿ ਸਾਰੇ ਦੇ ਸਾਰੀਆਂ ਜਿਹੜੀਆਂ ਹੈਗੀਆਂ ਵॉर ਦਾ ਕਰਕੇ ਹੈਗੀਆਂ। ਔਰ ਵॉर ਜਿਹੜਾ ਹੈਗਾ ਉਹਦੇ ਲਈ ਮੇਨ ਰਿਸਪੌਂਸੀਬਲ ਕਿਹਨੂੰ ਮੰਨਿਆ ਜਾ ਰਿਹਾ ਹੈਗਾ, ਨਿਕੋਲਸ ਜਿਹੜਾ ਸੈਕਿੰਡ ਹੈ, ਜਿਹੜਾ ਰੂਲਰ ਸੀਗਾ ਉਹਨੂੰ। ਠੀਕ ਹੈ, ਔਰ ਉੱਥੋਂ ਦੀ ਗਵਰਨਮੈਂਟ ਨੂੰ। ਸੋ ਇਹ ਜਿਹੜੀਆਂ ਫੀਲਿੰਗਸ ਸੀਗੀਆਂ ਕੰਟੀਨਿਊਸਲੀ ਵੱਧਦੀਆਂ ਗਈਆਂ, ਜਿਹਦਾ ਕਰਕੇ ਅੱਗੇ ਜਾ ਕੇ ਕੀ ਹੁੰਦਾ ਹੈ, ਰੈਵੋਲੂਸ਼ਨ ਹੁੰਦਾ ਹੈ। ਥੈਂਕ ਯੂ।